बिस्मिल्लाहिर्रहमानिर्रहीम। ਅੱਜ DGISPR ਮੇਜਰ ਜਨਰਲ ਅਹਿਮਦ ਸ਼ਰੀਫ ਦੀ ਪ੍ਰੈਸ ਕਾਨਫਰੰਸ ਸੀ ਔਰ ਉਹਦੇ ਵਿੱਚ ਪਾਕਿਸਤਾਨ ਦੇ ਮੁਮਤਾਜ਼ ਜਿਹੜੇ ਔਰ ਸੀਨੀਅਰ ਸਹਾਫੀ ਸਨ ਉਹ ਸਾਰੇ ਮੌਜੂਦ ਸਨ। ਸਾਰਿਆਂ ਨੇ ਬੜੇ ਅੱਛੇ ਪੁਆਇੰਟ ਚੁੱਕੇ। ਅਸੀਂ ਇਹਦੇ ਤੇ ਗੱਲ ਕਰਾਂਗੇ ਔਰ ਇਸ ਪ੍ਰੈਸ ਕਾਨਫਰੰਸ ਦੀ ਬਹੁਤ ਸਾਰੀ ਅਹਿਮੀਅਤ ਹੈ ਕਿਉਂਕਿ ਕਈ ਐਸੇ ਸਵਾਲਾਂ ਦੇ ਜਵਾਬ ਜਿਹੜੇ ਸਾਨੂੰ ਕਿਤੋਂ ਨਹੀਂ ਲੱਭ ਸਕਦੇ, ਜਿਨ੍ਹਾਂ ਦੇ ਜਵਾਬ ਹੁਕੂਮਤ ਨਹੀਂ ਦੇ ਰਹੀ। ਉਹ ਸਵਾਲਾਂ ਦੇ ਜਵਾਬ ਸਹਾਫੀਆਂ ਨੇ ਕੋਸ਼ਿਸ਼ ਕੀਤੀ DGISPR ਕੋਲੋਂ ਲੈਣ ਦੀ। ਸ਼ਾਇਦ ਇਹਦੀ ਇੱਕ ਇਹ ਵੀ ਵਜ੍ਹਾ ਵੇ ਕਿ ਲੋਕ ਸਮਝਦੇ ਨੇ ਕਿ ਜਿਹੜੇ ਫੈਸਲੇ ਨੇ ਅਹਿਮ, ਉਹਨਾਂ ਦੇ ਬਾਰੇ ਜਿੰਨੇ ਵਾਜ਼ੇ ਜਵਾਬ ਜਾਂ ਜਿੰਨੀ ਹਕੀਕਤ ਫੌਜ ਦੇ ਤਰਜਮਾਨ ਦੇ ਕੋਲ ਹੈ, ਉਹ ਸ਼ਾਇਦ ਸਿਆਸੀ ਜਿਹੜੇ ਤਰਜਮਾਨ ਨੇ ਉਹਨਾਂ ਦੇ ਕੋਲ ਨਹੀਂ ਹੈਗੀ। ਤੇ ਇਹਨਾਂ ਸਵਾਲਾਂ ਦੇ ਵਿੱਚੋਂ ਪਹਿਲਾ ਸਵਾਲ ਤਾਂ ਇਹ ਸੀ ਕਿ 9 ਮਈ ਦੇ ਜਿਹੜੇ ਜ਼ਿੰਮੇਦਾਰ ਨੇ, ਇਹਨਾਂ ਦੇ ਹਵਾਲੇ ਨਾਲ ਕੀ ਹਿਕਮਤ ਅਮਲੀ ਹੈ, ਕੀ ਉਹਨਾਂ ਨੂੰ ਮਾਫ ਕੀਤਾ ਜਾ ਰਿਹਾ ਹੈ, ਕੀ ਉਹਨਾਂ ਦੇ ਖਿਲਾਫ ਮਜ਼ੀਦ ਕੋਈ ਕਾਰਵਾਈ ਹੋਣੀ ਚਾਹੀਦੀ ਜਾਂ ਹੋ ਰਹੀ ਹੈ। ਤੇ ਉਹਨਾਂ ਨੇ ਵਜ਼ਾਹਤ ਦੇ ਨਾਲ ਕਿਹਾ ਕਿ ਫੌਜ ਦਾ ਆਪਣਾ ਇੱਕ ਸਿਸਟਮ ਹੈਗਾ, ਜਿਹੜੇ ਫੌਜ ਦੇ ਇਦਾਰੇ ਦੇ ਅੰਦਰ ਕੁਝ ਐਸੀਆਂ ਖਰਾਬੀਆਂ ਸਨ, ਅਨਾਸਰ ਹੈਗੇ ਸਨ, ਉਹਦੇ ਖਿਲਾਫ ਤਾਂ ਇਦਾਰੇ ਨੇ ਖੁਦਕਾਰ ਇਹਤਸਾਬੀ ਨਿਜ਼ਾਮ ਦੇ ਤਹਿਤ ਕਾਰਵਾਈ ਕਰ ਦਿੱਤੀ। ਲੇਕਿਨ ਜਿਹੜਾ ਕੰਮ ਸਿਆਸੀ ਹਕੂਮਤ ਨੂੰ ਕਰਨਾ ਸੀ, ਸਿਆਸਤਦਾਨਾਂ ਨੂੰ ਕਰਨਾ ਸੀ, ਸਿਵਲ ਹੁਕਾਮ ਨੂੰ ਕਰਨਾ ਸੀ, ਉਹ ਹਾਲੇ ਤੱਕ ਅਧੂਰਾ ਹੈ। ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਗੱਲ ਨਹੀਂ ਹੋ ਸਕਦੀ ਕਿ ਉਹਨਾਂ ਨੂੰ ਮਾਫ ਕੀਤਾ ਜਾਵੇ, ਉਹਨਾਂ ਦੇ ਖਿਲਾਫ ਕਾਰਵਾਈ ਯਕੀਨੀ ਹੋਣੀ ਚਾਹੀਦੀ ਹੈ ਔਰ ਹੋਵੇਗੀ। ਇਹ ਉਹਨਾਂ ਨੇ ਕਤਈਅਤ ਦੇ ਨਾਲ ਕਿਹਾ। ਤੇ ਇਸ ਤੋਂ ਬਾਅਦ ਜਿਹੜਾ ਦੂਸਰਾ ਪੁਆਇੰਟ ਸੀ, ਉਹ ਉਹਨਾਂ ਅੱਗੇ ਚੁੱਕਿਆ ਗਿਆ 8 ਫਰਵਰੀ ਦੇ ਇਲੈਕਸ਼ਨਸ ਦਾ। ਤੇ ਉਹ ਫਾਰਮ 45 ਤੇ ਫਾਰਮ 47 ਦਾ ਜਿਹੜਾ ਰੌਲਾ ਹੈਗਾ ਵੇ, ਔਰ ਉਹਦੇ ਵਿੱਚ ਜਿਹੜਾ ਕਿਰਦਾਰ ਲੋਕਾਂ ਨੇ ਕੋਈ ਸ਼ਕੂਕ ਦਾ ਇਜ਼ਹਾਰ ਕੀਤਾ ਕਿ ਸ਼ਾਇਦ ਇਹਦੇ ਵਿੱਚ ਕੋਈ ਹਸਾਸ ਇਦਾਰੇ ਦੇ ਲੋਕ ਸ਼ਾਮਿਲ ਨੇ। ਤੇ ਉਹਨਾਂ ਨੇ ਇਹਦੀ ਵੀ ਤਰਦੀਦ ਕੀਤੀ ਤੇ ਉਹਨਾਂ ਨੇ ਕਿਹਾ ਕਿ ਫੌਜ ਨੂੰ ਸਿਆਸੀ ਅਮੂਰ ਦੇ ਵਿੱਚ ਜਿਹੜਾ ਖਾਮਖਾਹ ਨਹੀਂ ਘਸੀਟਣਾ ਚਾਹੀਦਾ। ਇਹ ਲੋਕ ਜਿਹੜੇ ਨੇ ਪ੍ਰੋਪੇਗੈਂਡਾ ਕਰ ਰਹੇ ਨੇ ਇਦਾਰੇ ਨੂੰ ਬਦਨਾਮ ਕਰਨ ਵਾਸਤੇ। ਤੇ ਤੀਸਰਾ ਜਿਹੜਾ ਇਸ਼ੂ ਹੈਗਾ ਸੀ, ਉਹ ਸੀ ਉਹਨਾਂ ਨੇ ਕਿਹਾ ਕਿ ਖਿੱਤੇ ਦੀ ਜਿਹੜੀ ਸੂਰਤ ਹਾਲ ਹੈ ਉਹ ਇੱਕ ਪਲ ਪਲ ਬਦਲਣ ਡਈ। ਅਫਗਾਨਿਸਤਾਨ ਦਾ ਬਾਰਡਰ ਜਿਹੜਾ ਹੈਗਾ ਵੀ, ਉਹ ਮਾਮਲਾਤ ਨੇ, ਫਿਰ ਜ਼ਾਹਿਰ ਹੈ ਮਸ਼ਰਕੀ ਵਸਤਾ ਦੇ ਵਿੱਚ ਜੋ ਕੁਝ ਹੋ ਰਿਹਾ ਮਿਡਲ ਈਸਟ ਦੇ, ਉਹਦੇ ਸਾਡੇ ਉੱਤੇ ਅਸਰਾਤ ਆ ਰਹੇ ਨੇ। ਇੰਡੀਆ ਜਿਹੜਾ ਹੈ ਉਹ ਬਹੁਤ ਸੀ ਅਸੀਂ ਮੂਵ ਕਰਨ ਡਿਆ ਜਿਨ੍ਹਾਂ ਦੇ ਅਸਰ ਪਾਕਿਸਤਾਨ ਦੇ ਉੱਤੇ ਪਹੁੰਚ ਰਿਹਾ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਫੌਜ ਦਾ ਜਿਹੜਾ ਕਿਰਦਾਰ ਹੈ ਉਹ ਸਿਕਿਉਰਿਟੀ ਤੱਕ ਮਹਿਦੂਦ ਨਹੀਂ ਹੈਗਾ। ਉਹ ਕਿਰਦਾਰ ਬਹੁਤ ਸਾਰੇ ਮਾਮਲਾ 'ਚ ਫੈਲਿਆ ਵੇ ਇਸ ਵਾਸਤੇ ਵੀ। ਤੇ ਜਦੋਂ ਚੈਲੰਜ ਜ਼ਿਆਦਾ ਹੋਣ ਤੇ ਸਾਰੇ ਇਦਾਰੇ ਇੱਕ ਦੂਸਰੇ ਨਾਲ ਮੋਢਾ ਲਾਉਂਦੇ ਨੇ। ਤੇ ਸ਼ਾਇਦ ਇਸੇ ਵਾਸਤੇ ਹੀ ਸਾਨੂੰ ਇਹ ਲੱਗਦਾ ਹੈ ਕਿ ਜਿਵੇਂ ਹਰ ਪਾਸੇ ਫੌਜ ਦਾ ਇੱਕ ਕਿਰਦਾਰ ਹੈ, ਜਦਕਿ ਉਹ ਮੁਲਕੀ ਸਲਾਮਤੀ ਨੂੰ ਪੇਸ਼ ਨਜ਼ਰ ਰੱਖ ਕੇ ਕਿਰਦਾਰ ਅਦਾ ਕਰਨ ਲਈ। ਜੱਜਿਸ ਦੇ ਖਤ ਵਾਲਾ ਇੱਕ ਮਾਮਲਾ ਬੜਾ ਸੈਂਸਿਟਿਵ ਸੀ ਔਰ ਉਹਦੇ ਹਵਾਲੇ ਨਾਲ ਚੂੰਕਿ ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਨੇ ਸ਼ਿਕਾਇਤ ਕੀਤੀ ਔਰ ਸੁਪਰੀਮ ਕੋਰਟ ਦੇ ਫਿਰ ਚੀਫ ਜਸਟਿਸ ਤੱਕ ਉਹ ਗਈ। ਫਿਰ ਉਹਨਾਂ ਨੇ ਕਿਹਾ ਕਿ ਜਨਾਬ ਇਹਦੇ ਉੱਤੇ ਕਰੋ ਕੁਝ, ਕਿ ਸਾਨੂੰ ਦਬਾਅ ਦਾ ਸਾਹਮਣਾ। ਫਿਰ ਬਾਕੀ ਹਾਈ ਕੋਰਟਸ ਜਿਹੜੀਆਂ ਨੇ ਮੁਲਕ ਦੀਆਂ, ਉੱਥੋਂ ਦੇ ਜੱਜਿਸ ਨੇ ਵੀ ਕੁਝ ਇਹੋ ਜਿਹੇ ਖਦਸ਼ਾਤ ਦਾ ਇਜ਼ਹਾਰ ਕੀਤਾ, ਸ਼ਿਕਾਇਤ ਕੀਤੀਆਂ। ਤੇ ਇਹਦੇ ਬਾਰੇ ਉਹਨਾਂ ਨੇ ਜੋ ਕਿਹਾ, ਫੌਜੀ ਤਰਜਮਾਨ ਨੇ, ਉਹਨਾਂ ਨੇ ਕਿਹਾ ਕਿ ਇਹ ਮਾਮਲਾ ਚੂੰਕਿ ਹੈਗਾ ਵੇ ਅਦਾਲਤ ਦੇ ਵਿੱਚ ਜ਼ੇਰੇ ਸਮਾਤ, ਤੇ ਜ਼ੇਰੇ ਸਮਾਤ ਮਾਮਲੇ ਦੇ ਉੱਤੇ ਉਹਦੇ ਤੋਂ ਕਮੈਂਟ ਨਹੀਂ ਹੋ ਸਕਦੇ, ਕੋਈ ਰਾਏ ਨਹੀਂ ਦਿੱਤੀ ਜਾ ਸਕਦੀ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਹੜੇ ਮਾਮਲੇ ਦੀ ਜਿਹੜੀ ਗੱਲ ਦੇ ਸਾਡੇ ਕੋਲ ਸਬੂਤ ਨਾ ਹੋਣ, ਉਹਦੇ ਉੱਤੇ ਗੱਲ ਕਰਨੀ ਜਾਂ ਉਹਨੂੰ ਪ੍ਰੋਪੇਗੈਂਡੇ ਦੇ ਤੌਰ ਦੇ ਉੱਤੇ ਅੱਗੇ ਵਧਾਉਣਾ, ਇਹ ਮੁਨਾਸਬ ਨਹੀਂ ਹੈਗਾ। ਇਹ ਉਹਨਾਂ ਦਾ ਮੌਕਫ ਹੈਗਾ ਸੀ ਇਹ ਜੱਜਿਸ ਵਾਲੇ ਮਾਮਲੇ ਦੇ ਉੱਤੇ। ਇਹ ਸਵਾਲ ਜਿਹੜਾ ਸੀ ਮੈਂ ਸਮਝਦਾ ਸਾਂ ਕਿ ਇਹ ਖਾਸਾ ਸਖਤ ਸੀ। ਸਖਤ ਤੋਂ ਮੁਰਾਦ ਇਹ ਕਿ ਸ਼ਾਇਦ ਉਹਨੂੰ ਟੈਕਲ ਕਰਨਾ ਜ਼ਰਾ ਮੁਸ਼ਕਿਲ ਸੀ, ਲੇਕਿਨ ਮੇਜਰ ਜਨਰਲ ਅਹਿਮਦ ਸ਼ਰੀਫ ਨੇ ਉਹਨੂੰ ਜਿਸ ਤਰ੍ਹਾਂ ਉਹਨਾਂ ਦੇ ਇੱਕ ਟ੍ਰੇਨਿੰਗ ਹੈਗੀ ਉਸ ਹਿਸਾਬ ਨਾਲ ਉਹਨਾਂ ਨੇ ਠੀਕ ਉਹਦਾ ਜਵਾਬ ਦਿੱਤਾ। ਫਿਰ ਉਹਨਾਂ ਕੋਲ ਇੱਕ ਸਵਾਲ ਪੁੱਛਿਆ ਗਿਆ ਕਿ ਪਿਛਲੇ ਦਿਨਾਂ 'ਚ ਕੋਰ ਕਮਾਂਡਰ ਮੰਗਲਾ ਜਿਹੜੇ ਸਨ, ਉਹਨਾਂ ਨੂੰ ਹਟਾਇਆ ਗਿਆ ਉਹਨਾਂ ਦੇ ਮਨਸਬ ਤੋਂ। ਤੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਕੀ ਵਜ੍ਹਾ, ਉਹਨਾਂ ਨੂੰ ਕਿਉਂ ਇਸ ਤਰ੍ਹਾਂ ਕੀਤਾ ਗਿਆ ਉਹਨਾਂ ਦੇ ਨਾਲ? ਤੇ ਉਹਨਾਂ ਨੇ ਫੌਜੀ ਤਰਜਮਾਨ ਨੇ ਕਿਹਾ ਕਿ ਦੁਬਾਰਾ ਤੋਂ ਇਹੀ ਗੱਲ ਕੀਤੀ ਕਿ ਫੌਜ ਦਾ ਜਿਹੜਾ ਇੰਟਰਨਲ ਖੁਦਕਾਰ ਆਟੋਮੈਟਿਕ ਸਿਸਟਮ ਹੈਗਾ ਵੇ ਖੁਦ ਇਹਤਸਾਬੀ ਦਾ, ਉਹਦੇ ਤਹਿਤ ਕੋਈ ਸੀਨੀਅਰ ਹੋਵੇ ਜਾਂ ਜੂਨੀਅਰ ਹੋਵੇ, ਅਗਰ ਕੋਈ ਕਰਪਸ਼ਨ ਜਾਂ ਡਿਸਪਲਿਨ ਦੀ ਖਿਲਾਫ ਵਰਜੀ ਦੇ ਕੋਈ ਕਿਸੇ ਕਿਸਮ ਦਾ ਮਾਮਲਾ ਆਉਂਦਾ ਹੈ ਤੇ ਫਿਰ ਰਿਆਇਤ ਨਹੀਂ ਕੀਤੀ ਜਾਂਦੀ। ਤੇ ਜਿਹੜਾ ਜਿੰਨਾ ਸੀਨੀਅਰ ਹੋਵੇ ਉਹਦੇ ਖਿਲਾਫ ਜਿਹੜਾ ਫੌਜ ਦਾ ਆਪਣਾ ਸਿਸਟਮ ਹੈਗਾ ਉਹ ਓਨਾ ਹੀ ਜ਼ਿਆਦਾ ਸਖਤ ਹੋ ਜਾਂਦਾ ਹੈ।
ਤੇ ਉਹਨਾਂ ਨੇ ਕਿਹਾ ਕਿ ਇਹ ਸ਼ਾਇਦ ਇਸੇ ਤਰ੍ਹਾਂ ਦਾ ਇੱਕ ਮਾਮਲਾ ਹੈ ਜਿਹਦੇ ਹਵਾਲੇ ਨਾਲ ਕਾਰਵਾਈ ਕੀਤੀ ਗਈ। ਔਰ ਫਿਰ ਉਹਨਾਂ ਨੇ ਇਹ ਅੱਡੇ ਦੇਣ ਦਾ ਜਿਹੜਾ ਮਾਮਲਾ ਹੈ, ਇਹ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗੱਲ ਹੋਈ ਕਿ ਅਮਰੀਕਾ ਨੂੰ ਪਾਕਿਸਤਾਨ ਨੇ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ ਦੇ ਵਿੱਚ ਕੁਝ ਅੱਡੇ ਦਿੱਤੇ ਤੇ ਇਹ ਅੱਡਿਆਂ ਦੀ ਬੁਨਿਆਦੀ ਤੌਰ ਤੇ ਦੱਸਿਆ ਜਾ ਰਿਹਾ ਸੀ ਕਿ ਇੱਕ ਦਾ ਮਕਸਦ ਹੈ ਈਰਾਨ ਦੇ ਉੱਤੇ ਨਜ਼ਰ ਰੱਖਣਾ ਤੇ ਦੂਸਰੇ ਦਾ ਮਕਸਦ ਹੈਗਾ ਵੇ ਅਫਗਾਨਿਸਤਾਨ ਦੇ ਵਿੱਚ ਮੋਨੀਟਰਿੰਗ ਕਰਨੀ ਔਰ ਉੱਥੇ ਕੁਝ ਜਿਹੜੇ ਮਫਾਦਾਤ ਨੇ ਅਮਰੀਕਾ ਦੇ ਉਹਨਾਂ ਦਾ ਤਹਫੁਜ਼ ਕਰਨਾ, ਨਿਗਰਾਨੀ ਕਰਨੀ। ਤੇ ਉਹਨਾਂ ਨੇ ਇਹਦੇ ਉੱਤੇ ਵੀ ਬਿਲਕੁਲ ਕਤਈਅਤ ਦੇ ਨਾਲ ਇਹ ਕਹਿ ਦਿੱਤਾ ਕਿ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਔਰ ਇਹ ਨਿਰਾ ਪ੍ਰੋਪੇਗੈਂਡਾ ਵੇ। ਫਿਰ ਇੱਕ ਹੋਰ ਸਵਾਲ ਜਿਹੜਾ ਉਹਨਾਂ ਕੋਲੋਂ ਕੀਤਾ ਗਿਆ ਉਹ ਹੈਗਾ ਸੀ ਕਿ ਜਨਾਬ ਇਹ ਜਿਹੜੇ ਅਦਲੀਆ ਦੇ ਹਵਾਲੇ ਨਾਲ ਸ਼ਿਕਾਇਤ ਜਿਹੜੀ, ਤੇ ਉਹਨਾਂ ਨੇ ਫਿਰ ਇਹਦੇ ਉੱਤੇ ਇਹੀ ਕਿਹਾ ਕਿ ਮਾਮਲਾ ਚੂੰਕਿ ਜ਼ੇਰੇ ਸਮਾਅਤ ਹੈ ਤੇ ਮੈਂ ਉਹਦੇ ਉੱਤੇ ਜ਼ਿਆਦਾ ਗੱਲ ਨਹੀਂ ਕਰ ਸਕਦਾ। ਹੁਣ ਇਹ ਤਾਂ ਹੈਗੇ ਨੇ ਪੁਆਇੰਟ, ਇਹ ਪੁਆਇੰਟ ਆ ਜਿਹੜੇ ਹੈਗੇ ਨੇ ਇਹਦੀ ਤਸ਼ਰੀਹ ਹਰ ਬੰਦਾ ਆਪਣੇ ਹਿਸਾਬ ਨਾਲ ਕਰਨ ਡਿਆ। ਟੀਵੀ ਦੇ ਉੱਤੇ ਜ਼ਾਹਿਰ ਹੈ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ, ਉੱਥੇ ਬਹੁਤ ਸਾਰੇ ਮੁਬੱਸਰ ਆਉਂਦੇ ਨੇ, ਐਂਕਰ ਜਿਹੜੇ ਹੁੰਦੇ ਨੇ ਉਹ ਵੀ ਤਜਜ਼ੀਆਕਾਰ ਬਣਨ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣੇ ਆਪਣੇ ਰੰਗ ਆਪਣੀ ਆਪਣੀ ਲਾਈਨਸ ਦੇ ਮੁਤਾਬਕ ਪਾਲਿਸੀ ਦੇ ਮੁਤਾਬਕ ਸਾਰੇ ਤਸ਼ਰੀਹ ਕਰਦੇ ਨੇ। ਮੈਨੂੰ ਇਹਦੇ ਵਿੱਚ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਜਿੰਨੀ ਕੋਈ ਗੁੰਜਾਇਸ਼ ਹੈਗੀ ਗੱਲ ਕਰਨ ਦੀ ਮੈਂ ਉਸ ਹਿਸਾਬ ਨਾਲ ਗੱਲ ਕਰ ਰਿਹਾ। ਮੈਨੂੰ ਇਹਦੇ 'ਚ ਇਹ ਲੱਗਾ ਕਿ ਇਹ ਜਿਸ ਤਰ੍ਹਾਂ ਓਪਨਲੀ ਸਵਾਲ, ਉਹ ਸਵਾਲ ਜਿਹੜੇ ਆਮ ਤੌਰ ਤੇ ਅਸੀਂ ਸਾਰੇ ਜਰਨਲਿਸਟ ਸਮਝਦੇ ਹਾਂ ਕਿ ਕਰਨੇ ਖਾਸੇ ਮੁਸ਼ਕਲ ਹੁੰਦੇ ਨੇ, ਉਹ ਜਦੋਂ ਆਸਾਨੀ ਦੇ ਨਾਲ DGISPR ਨੂੰ ਕੀਤੇ ਜਾਣ ਤੇ ਉਹ ਉਹਦੇ ਜਵਾਬ ਵੀ ਦੇਣ, ਉਹ ਜਵਾਬ ਕਿਸੇ ਤਰ੍ਹਾਂ ਦੇ ਵੀ ਹੋਣ ਲੇਕਿਨ ਅਗਰ ਉਹ ਜਵਾਬ ਦੇ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਉਹ ਅੰਗੇਜ ਰਹਿਣਾ ਪਸੰਦ ਕਰ ਰਹੇ ਨੇ। ਉਹ ਚਾਹੁੰਦੇ ਨੇ ਕਿ ਲੋਕ ਸਵਾਲ ਕਰਨ ਤੇ ਫੌਜ ਜਿਹੜੀ ਹੈ ਉਹ ਉਹਦੇ ਉੱਤੇ ਆਪਣਾ ਮੌਕਫ ਦੇਵੇ। ਇਹ ਉਹਨਾਂ ਦਾ ਮੈਨੂੰ ਇੱਕ ਸੈਂਸ ਲੱਗੀ ਤਾਂ ਕਿ ਜਿਹੜਾ ਪ੍ਰੋਪੇਗੈਂਡਾ ਹੁੰਦਾ ਵੇ ਉਹ ਨਾ ਹੋਵੇ, ਜਿਹੜਾ ਫੌਜ ਦਾ ਅਸਲ ਮੌਕਫ ਹੈ ਉਹ ਸਾਹਮਣੇ ਆ ਜਾਵੇ। ਇਹ ਇੱਕ ਗੱਲ ਹੈ। ਫਿਰ ਇਹਦੇ ਵਿੱਚ ਮੈਨੂੰ ਇਹ ਲੱਗਾ ਕਿ ਜਿਵੇਂ ਉਹ ਗੁੰਜਾਇਸ਼ ਪੈਦਾ ਕਰ ਰਹੇ ਨੇ ਮਾਮਲਾ, ਮਤਲਬ ਉਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ, ਰੋਕਣ ਤਾਂ ਗੁੰਜਾਇਸ਼ ਵੀ ਨਹੀਂ ਹੁੰਦੀ, ਉੱਥੇ ਸਾਰੇ ਸੀਨੀਅਰ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਆਪਣੀ ਹਦੂਦ ਦਾ। ਲੇਕਿਨ ਅਗਰ ਮੈਂ ਇਹਨਾਂ ਦੀ ਪਹਿਲੀ ਸਭ ਨੂੰ ਪਹਿਲੇ ਵਾਲੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦਾ ਮੁਆਜ਼ਨਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਮੂਡ ਦੇ ਨਾਲ ਔਰ ਇਹਨਾਂ ਦੇ ਕੰਡਕਟ ਕਰਨ ਦੇ ਅੰਦਾਜ਼ ਦੇ ਨਾਲ ਬਣਾਵਾਂ ਤਾਂ ਕੁਝ ਫਰਕ ਮੈਨੂੰ ਨਜ਼ਰ ਆਇਆ। ਉਹ ਜਿਹੜੀ ਬਿਲਕੁਲ ਇੰਤਹਾਈ ਦਰਜੇ ਦੀ ਸਾਨੂੰ ਸਖਤੀ ਜੀ ਦਾ ਅਹਿਸਾਸ ਹੋਇਆ ਸੀ ਔਰ ਮਹਿਸੂਸ ਹੋਇਆ ਸੀ ਕਿ ਇਹ ਜਦੋਂ ਤੁਸੀਂ ਸਾਫੀਆਂ ਨਾਲ ਗੱਲ ਕਰਦੇ ਜੇ ਤੇ ਥੋੜਾ ਜਿਹਾ ਨਰਮ ਹੋ ਕੇ, ਜ਼ਾਹਿਰ ਹੈ ਇਹ ਫੌਜੀ ਤਾਂ ਨਹੀਂ ਹੈਗੇ ਤੇ ਇਹ ਤਾਂ ਆਮ ਸਿਵਲ ਮਾਮਲਾਤ ਦੇ ਵਿੱਚ ਨਰਮ ਦੇ ਲੋਕ ਨੇ ਤੇ ਇਹਨਾਂ ਨਾਲ ਜਦੋਂ ਤੁਸੀਂ ਗੱਲ ਕਰਦੇ ਜੇ ਤੇ ਮੁਕਾਲਮੇ ਦੇ ਡਾਇਲਾਗ ਦੀ ਪੋਜੀਸ਼ਨ 'ਚ ਹੁੰਦੇ ਨੇ, ਜੰਗ ਵਾਲੀ ਅੰਦਾਜ਼ ਦੇ ਨਾਲ ਗੱਲ ਨਹੀਂ ਹੁੰਦੀ। ਪਹਿਲੀ ਇਹਨਾਂ ਦੀ ਪ੍ਰੈਸ ਕਾਨਫਰੰਸ 'ਚ ਸਾਨੂੰ ਇਹ ਲੱਗਾ ਸੀ, ਅੱਜ ਕੁਝ ਥੋੜਾ ਜਿਹਾ ਮੁਖਤਲਿਫ ਲੱਗਾ। ਅੱਜ ਲੱਗਾ ਕਿ ਉਹ ਜਿਵੇਂ ਸਾਫੀਆਂ ਦੇ ਨਾਲ ਹੀ ਗੱਲ ਕਰਦੇ ਤੇ ਇਹ ਇੱਕ ਪੋਜ਼ਿਟਿਵ ਚੀਜ਼ ਸੀ। ਇਸ ਪ੍ਰੈਸ ਕਾਨਫਰੰਸ ਤੋਂ ਮੈਨੂੰ ਦੋ ਤਿੰਨ ਹੋਰ ਵੀ ਚੀਜ਼ਾਂ ਦੇ ਕੁਝ ਸੈਂਸ ਆਈ ਹੈ। ਮੈਨੂੰ ਇਹ ਸੈਂਸ ਆਈ ਹੈ ਕਿ ਉਹ ਇਹਨਾਂ ਨੇ ਜਿਹੜੇ ਇਦਾਰੇ ਨੇ ਜਿਹੜੇ 9 ਮਈ ਦੇ ਮੁਲਜ਼ਮਾਂ ਦਾ ਟਰਾਇਲ ਕਰਨ ਡਏ ਨੇ ਉਹਨਾਂ ਨੂੰ ਸ਼ਾਇਦ ਕੁਝ ਯਾਦ ਦਹਾਨੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਜਿਹੜੇ ਇਹਦੇ ਜ਼ਿਆਦਾ ਤਵੀਲ ਕਰਤਾ ਹੈ ਮਾਮਲਾ, ਤਖੀਰ ਕਰ ਰਹੇ ਜੇ ਸਮਾਜ, ਇਹਨੂੰ ਕਿਸੇ ਪਾਸੇ ਲਾਓ। ਤੇ ਆਮ ਇੱਕ ਸ਼ਹਿਰੀ ਦੇ ਤੌਰ ਤੇ ਮੇਰੇ ਖਿਆਲ ਸਾਡਾ ਵੀ ਇਹੀ ਹੋਵੇਗਾ ਜ਼ੇਨ 'ਚ ਕਿ ਮੁਲਕ ਜਿਹੜਾ ਹੈ ਮੁਸਲਸਲ ਇੱਕ ਖਾਸ ਵਾਕੇ ਔਰ ਖਾਸ ਮਾਮਲਾ ਦੀ ਵਜ੍ਹਾ ਨਾਲ ਫਸਿਆ ਹੋਇਆ ਕਿਤੇ ਔਰ ਗੱਲਾਂ ਅੱਗੇ ਨਹੀਂ ਵਧ ਰਹੀਆਂ। ਜਦੋਂ ਪੋਲੀਟੀਕਲ ਡਾਇਲਾਗ ਹੁੰਦਾ ਹੈ ਤੇ ਉਹਦੇ ਵਿੱਚ ਵੀ ਕੁਝ ਇਹਦੇ ਮੁਤਲਕਾ ਹੀ ਗੱਲਾਂ ਹੁੰਦੀਆਂ ਨੇ ਕਿ ਜਨਾਬ ਇਹ ਅਮਲ ਰੋਕਿਆ ਜਾਵੇ, ਇਹ ਇੰਜ ਕੀਤਾ ਜਾਵੇ, ਇਹਨੂੰ ਰਿਹਾ ਕੀਤਾ ਜਾਵੇ, ਇਹ ਮੁਕੱਦਮੇ ਖਤਮ ਕੀਤੇ ਜਾਣ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਤੇ ਅਗਰ ਅਦਾਲਤਾਂ ਜਾਂ ਜਿਹੜੇ ਜਿਹੜੇ ਇਦਾਰਿਆਂ ਦੇ ਵਿੱਚ ਵੀ ਇਹ ਪ੍ਰੋਸੈਸ ਹੋ ਰਿਹਾ ਹੋਵੇ 9 ਮਈ ਦੇ ਹਵਾਲੇ ਨਾਲ, ਉਹ ਅਗਰ ਸਪੀਡੀ ਹੋ ਜਾਵੇ ਥੋੜਾ ਜਿਹਾ ਤੇ ਮੇਰਾ ਖਿਆਲ ਹੈ ਕਿ ਉਹ ਅਮਲ ਇੱਕ ਕੁਦਰਤੀ ਅੰਦਾਜ਼ ਦੇ ਨਾਲ, ਫਿਤਰੀ ਜਿਹੜਾ ਅੰਦਾਜ਼ ਹੈ ਉਹਦੇ ਵਿੱਚ ਇਹ ਵੀ ਨਹੀਂ ਹੋਏਗਾ ਕਿ ਕਿਸੇ ਦਾ ਦਬਾਅ ਹੈਗਾ ਜਾਂ ਕਿਸੇ ਦੇ ਕਹਿਣ ਤੇ, ਉਹ ਇੱਕ ਫਿਤਰੀ ਅੰਦਾਜ਼ ਦੇ ਨਾਲ ਇਹ ਹੱਲ ਹੋ ਜਾਏਗਾ ਮਾਮਲਾ। ਔਰ ਇਹ ਜਿੰਨੀ ਜਲਦੀ ਹੱਲ ਹੋ ਜਾਏ ਬਾਕੀ ਮਾਮਲਾ ਉਨੀ ਜਲਦੀ ਹੀ ਠੀਕ ਹੋ ਸਕਦੇ ਨੇ। ਚਾਹੀਦਾ ਕਿ ਉਹਦਾ ਨਤੀਜਾ ਕੁਝ ਵੀ ਹੋਵੇ ਤੇ ਉਹਦਾ ਅਸਰ ਬਹਰਾਲ ਇੱਕ ਇਸਲਾਹੀ ਮਾਮਲਾ ਦੇ ਪਾਸੇ ਆਵੇਗਾ। ਤੇ ਇਹ ਜਨਾਬ ਅੱਜ ਦੇ DGISPR ਦੀ
ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ ਹਵਾਲੇ ਨਾਲ ਸਾਡਾ ਇਹ ਕੁਝ ਗੁਜ਼ਾਰਿਸ਼ਾਂ ਸਨ ਤੇ ਸਾਡੇ ਨਾਲ ਜੁੜੇ ਰਹੋ। ਇਨਸ਼ਾਅੱਲਾ ਗੱਲਬਾਤ ਹੁੰਦੀ ਰਹੇਗੀ ਤੇ ਸਬਸਕ੍ਰਾਈਬ ਵੀ ਕਰੋ, ਦੋਸਤਾਂ ਨੂੰ ਵੀ ਦੱਸੋ ਔਰ ਇਹਦੇ ਵਿੱਚ ਸ਼ੇਅਰ ਵੀ ਕਰੋ ਸਾਡੀ ਵੀਡੀਓਜ਼। ਬਹੁਤ ਮਿਹਰਬਾਨੀ, ਜਿਉਂਦੇ ਰਹੋ, ਵਸਦੇ ਰਹੋ।